ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵਰਕ ਪਰਮਿਟ ਧਾਰਕਾਂ ਲਈ ਕੈਨੇਡਾ ਸਰਕਾਰ ਦਾ ਵੱਡਾ ਐਲਾਨ, ਨਵੇਂ ਸਾਲ ਤੋਂ ਮਿਲੇਗੀ ਸਹੂਲਤ। NRIs ਨਾਲ 5 ਥਾਈਂ ਮਿਲਣੀ ਪ੍ਰੋਗਰਾਮ, 16 ਤੋਂ 30 ਤੱਕ ਅਧਿਕਾਰੀ ਸੁਣਨਗੇ ਮਸਲੇ। ਪੰਜਾਬ ਵਿੱਚ ਹੋਏਗਾ ਇਹ ਸੰਮੇਲਨ। ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ, ਪੰਜਾਬ ਵਿੱਚ ਫਸੇ ਬੈਠੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਹੋਵੇਗਾ ਫਾਇਦਾ ਔਰ 10 ਹੋਰ ਕਿਤੇ ਗ੍ਰੀਨ ਲਿਸਟ ਵਿੱਚ ਸ਼ਾਮਲ। ਅਮਰੀਕਾ ਦੇ ਲਾਸ ਏਂਜਲਸ ਦੀ ਪਹਿਲੀ ਮਹਿਲਾ ਮੇਅਰ ਬਣੀ ਕੈਰੇਨ ਰੂਥ। ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਬਰਫੀਲੇ ਤੂਫਾਨ ਤੇ ਮੀਂਹ ਕਾਰਨ ਜਨਜੀਵਨ ਹੋ ਰਿਹਾ ਬੁਰੀ ਤਰ੍ਹਾਂ ਪ੍ਰਭਾਵਿਤ। ਕੈਨੇਡਾ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਚ ਫੈਲੀ ਦਹਿਸ਼ਤ, 17 ਦਿਨਾਂ ਵਿੱਚ 5 ਪੰਜਾਬੀਆਂ ਦਾ ਕਤਲ। ਪਾਕਿਸਤਾਨ ਵਿੱਚ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਜਸਟਿਨ ਟਰੂਡੋ ਸਰਕਾਰ ਨੇ ਵਰਕ ਪਰਮਿਟ ਉੱਪਰ ਕੈਨੇਡਾ ਆਉਣ ਵਾਲਿਆਂ ਲਈ ਇੱਕ ਵੱਡਾ ਐਲਾਨ ਕੀਤਾ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਹੁਣ ਅਗਲੇ ਸਾਲ ਤੋਂ ਲੋਕ ਆਪਣੇ ਜੀਵਨ ਸਾਥੀ ਨੂੰ ਵੀ ਬੁਲਾ ਸਕਣਗੇ। ਇਹ ਨਵੇਂ ਵਰਕ ਪਰਮਿਟ 2023 ਤੋਂ ਦਿੱਤੇ ਜਾਣਗੇ, ਜਿਸ ਰਾਹੀਂ ਪਰਮਿਟ ਧਾਰਕ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ 'ਚ ਕੰਮ ਲਈ ਬੁਲਾ ਸਕਦਾ ਹੈ। ਕੈਨੇਡਾ ਸਰਕਾਰ ਦੇ ਇਸ ਐਲਾਨ ਦਾ ਖਾਸ ਕਰਕੇ ਭਾਰਤੀਆਂ ਨੂੰ ਵੱਧ ਫਾਇਦਾ ਮਿਲੇਗਾ, ਕਿਉਂਕਿ ਮੰਨਿਆ ਜਾ ਰਿਹਾ ਕਿ ਇਹਨਾਂ ਓਪਨ ਵਰਕ ਪਰਮਿਟ ਦੇ ਉੱਪਰ ਪੰਜਾਬੀ ਭਾਰਤੀ ਜ਼ਿਆਦਾ ਉੱਥੇ ਰਹਿੰਦੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਇੱਕ ਐਲਾਨ ਕਰ ਰਹੇ ਹਾਂ ਜਿਸ ਨਾਲ ਉਹਨਾਂ ਦੇ ਦੇਸ਼ ਵਿੱਚ ਕੰਮ ਦੀ ਭਾਲ ਸੌਖੀ ਹੋ ਜਾਏਗੀ ਅਤੇ ਜਦੋਂ ਤੱਕ ਪਰਮਿਟ ਧਾਰਕ ਇੱਥੇ ਨੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਨੇ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਆਰਜ਼ੀ ਪ੍ਰੋਗਰਾਮਾਂ ਲਈ ਵਰਕ ਪਰਮਿਟ ਧਾਰਕਾਂ ਦਾ ਵਿਸਤਾਰ ਕੀਤਾ ਜਾ ਰਿਹਾ ਅਤੇ ਉਹ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਰਹਿ ਸਕਦੇ ਨੇ। ਇਸ ਨਵੀਂ ਨੀਤੀ ਨਾਲ ਕੈਨੇਡਾ ਵਿੱਚ ਮਜ਼ਦੂਰਾਂ ਦੀ ਕਮੀ ਵੀ ਦੂਰ ਹੋਏਗੀ ਅਤੇ ਲੱਖਾਂ ਭਾਰਤੀਆਂ ਨੂੰ ਫਾਇਦਾ ਹੋਏਗਾ। ਕੈਨੇਡਾ ਦੇ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ 3 ਪੜਾਵਾਂ ਵਿੱਚ ਲਾਗੂ ਹੋਏਗੀ ਤਾਂ ਜੋ ਲੋਕ ਇੱਥੇ ਆਪਣੇ ਪਰਿਵਾਰ ਨਾਲ ਕੰਮ ਕਰ ਸਕਣ। ਫਰੇਜ਼ਰ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਜ਼ਿਆਦਾ ਤਨਖਾਹ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਏਗਾ, ਜਿਹੜੇ ਆਰਜ਼ੀ ਤੌਰ ਤੇ ਕੰਮ ਕਰਨ ਦੇ ਲਈ ਆਉਣਗੇ। ਇਸ ਦੇ ਨਾਲ ਹੀ ਕੌਮਾਂਤਰੀ ਪ੍ਰਵਾਸ ਪ੍ਰੋਗਰਾਮ ਤੇ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਦੇ ਤਹਿਤ ਆਉਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਏਗਾ। ਦੂਜੇ ਪੜਾਅ ਵਿੱਚ ਘੱਟ ਤਨਖਾਹ ਲੈਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਏਗਾ, ਜਿਹੜੇ ਘੱਟ ਤਨਖਾਹ ਲੈਂਦੇ ਨੇ ਤੇ ਕੈਨੇਡਾ ਦੇ ਅਰਥਚਾਰੇ ਵਿੱਚ ਯੋਗਦਾਨ ਦੇ ਲਈ ਆਉਣਗੇ। ਇਸ ਪੜਾਅ ਨੂੰ ਸੂਬਿਆਂ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਸ਼ੁਰੂ ਕੀਤਾ ਜਾਏਗਾ। ਤੀਜੇ ਪੜਾਅ ਵਿੱਚ ਖੇਤੀ ਕਾਮਿਆਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਏਗਾ ਤੇ ਇਸ ਬਾਰੇ ਵੀ ਸੂਬਿਆਂ ਨਾਲ ਵਿਚਾਰ ਕਰਨਗੇ। NRI ਵੀਰਾਂ ਦੀ ਸਹਾਇਤਾ ਨੂੰ ਨਾਲ ਪਿੰਡਾਂ ਦੇ ਵਿਕਾਸ ਕਰਵਾਉਣ ਤੇ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਗਏ ਵਾਅਦੇ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਗਲੇ ਦਿਨਾਂ ਦੇ ਦੌਰਾਨ ਪੰਜਾਬ ਵਿੱਚ 5 ਥਾਵਾਂ ਤੇ NRIs ਮਿਲਣੀ ਪ੍ਰੋਗਰਾਮ ਉਲੀਕੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ NRI ਸਭਾ ਦੀ ਚੇਅਰਮੈਨ ਤੇ ਜਲੰਧਰ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਦੇ ਤੁਰੰਤ ਅਤੇ ਤਸੱਲੀ ਬਖਸ਼ ਢੰਗ ਨਾਲ ਨਿਪਟਾਰੇ ਲਈ 16 ਦਸੰਬਰ ਨੂੰ ਜਲੰਧਰ, 19 ਦਸੰਬਰ ਨੂੰ SAS ਨਗਰ ਮੋਹਾਲੀ ਔਰ 23 ਦਸੰਬਰ ਨੂੰ ਲੁਧਿਆਣਾ, 26 ਦਸੰਬਰ ਨੂੰ ਮੋਗਾ, 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਹ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਣ ਵਾਲੀਆਂ ਇਨ 5 ਮਿਲਣੀਆਂ ਚੋਂ ਪਹਿਲੀ 16 ਦਸੰਬਰ ਨੂੰ ਜਲੰਧਰ ਕਰਤਾਰਪੁਰ ਹਾਈਵੇ ਤੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਨੇੜੇ ਸਥਿਤ ਸੈਂਟ ਸੋਲਜਰ ਕੈਂਪਸ ਵਿਖੇ ਹੋਏਗੀ। ਡਿਵੀਜ਼ਨਲ ਕਮਿਸ਼ਨਰ ਕਮ ਚੇਅਰਮੈਨ NRI ਸਭਾ ਗੁਰਪ੍ਰੀਤ ਕੌਰ ਸਪਰਾ ਨੇ ਅੱਗੇ ਦੱਸਿਆ ਹੈ ਕਿ 16 ਦਸੰਬਰ ਨੂੰ ਇੱਥੇ ਕਰਵਾਏ ਜਾਣ ਵਾਲੇ NRI ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਨੇ। ਮਿਲਣੀ ਪ੍ਰੋਗਰਾਮ ਤਹਿਤ ਸਾਰੇ ਸੰਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇੱਕੋ ਥਾਂ ਤੇ ਮੌਜੂਦ ਰਹਿਣਗੇ, ਜਿੱਥੇ ਉਹ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਗੌਰ ਨਾਲ ਸੁਣਨ ਉਪਰੰਤ ਢੁਕਵੇਂ ਅਤੇ ਜਲਦੀ ਹੱਲ ਲਈ ਪ੍ਰਕਿਰਿਆ ਅਮਲ ਵਿੱਚ ਲਿਆਉਣਗੇ। ਉਹਨਾਂ ਨੇ ਦੱਸਿਆ ਕਿ 16 ਦਸੰਬਰ ਨੂੰ ਸਵੇਰੇ 11 ਵਜੇ ਤੋਂ ਮਿਲਣੀ ਪ੍ਰੋਗਰਾਮ ਸ਼ੁਰੂ ਹੋਏਗਾ, ਜਿੱਥੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਪ੍ਰਮੁੱਖ ਸਕੱਤਰ ਜੀ ਬਲਾਮਰੂਗਨ, NRI ਵਿੰਗ ਦੇ ADGP ਪ੍ਰਵੀਨ ਕੁਮਾਰ ਸਿਨਹਾ ਤੋਂ ਇਲਾਵਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ SSPs ਤੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਨਿਊਜ਼ੀਲੈਂਡ ਦੀ ਸਰਕਾਰ ਨੇ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਆਲੋਚਨਾ ਨੂੰ ਠੱਲ ਪਾਉਣ ਦਾ ਯਤਨ ਕਰਦਿਆਂ
ਆਖਰ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਕਰ ਦਿੱਤੇ ਨੇ। ਇਸ ਨਾਲ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਫਸੇ ਬੈਠੇ ਸੈਂਕੜਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ, ਜਿਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਪੜ੍ਹਾਈ ਉਪਰੰਤ ਵਰਕ ਵੀਜ਼ਾ ਤਾਂ ਹਾਸਲ ਕਰ ਲਿਆ ਸੀ, ਪਰ ਆਪਣੇ ਦੇਸ਼ ਵਿੱਚ ਪਰਿਵਾਰਾਂ ਨੂੰ ਮਿਲਣ ਜਾਣ ਪਿੱਛੇ ਲਾਕਡਾਊਨ ਕਾਰਨ ਨਿਊਜ਼ੀਲੈਂਡ ਨੇ ਬਾਰਡਰ ਬੰਦ ਕਰ ਲਏ ਸਨ ਤੇ ਵੀਜ਼ੇ ਦਾ ਫਾਇਦਾ ਲੈਣ ਤੋਂ ਵਾਂਝੇ ਰਹਿ ਗਏ ਸਨ। ਉਧਰ ਵਿਰੋਧੀ ਧਿਰ ਨੇ ਇਸ ਨੂੰ ਦੇਰੀ ਨਾਲ ਚੁੱਕਿਆ ਗਿਆ ਦੁਰਸਤ ਕਦਮ ਦੱਸਿਆ। ਪ੍ਰਧਾਨ ਮੰਤਰੀ ਜੈਸਿੰਡਾ ਨੇ ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਈਕਲ ਵੁੱਡ ਨੇ ਕੈਬਨਿਟ ਦੀ ਮੀਟਿੰਗ ਪਿੱਛੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਰੀਬ 1800 ਪ੍ਰਵਾਸੀ ਵਿਦਿਆਰਥੀਆਂ ਨੂੰ 1 ਸਾਲ ਓਪਨ ਵਰਕ ਵੀਜ਼ਾ ਦਿੱਤਾ ਜਾਏਗਾ, ਜਿਹੜੇ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਪਿੱਛੇ ਪੋਸਟ ਸਟੱਡੀ ਵਰਕ ਵੀਜ਼ਾ ਲੈ ਕੇ ਆਪੋ ਆਪਣੇ ਦੇਸ਼ਾਂ 'ਚ ਚਲੇ ਗਏ ਸਨ ਅਤੇ ਉਸ ਤੋਂ ਬਾਅਦ ਲਾਕਡਾਊਨ ਲੱਗ ਜਾਣ ਕਰਕੇ ਵਾਪਸ ਨਹੀਂ ਆ ਸਕੇ। ਇਸ ਦੌਰਾਨ ਉਹਨਾਂ ਦੇ ਵੀਜ਼ਾ ਦੀ ਮਿਆਦ ਮੁੱਕ ਗਈ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਵਿਸ਼ੇਸ਼ ਖੇਤਰਾਂ 'ਚ ਮੁਹਾਰਤ ਰੱਖਣ ਵਾਲੇ ਡਾਕਟਰਾਂ, ਰਜਿਸਟਰਡ ਨਰਸਾਂ, ਮਿਡਵਾਈਵਜ਼ ਅਤੇ ਰਜਿਸਟਰਡ ਆਰਟਿਸਟ ਨੂੰ ਗ੍ਰੀਨ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਹੈ ਔਰ ਇਸ ਦੇ ਨਾਲ ਉਹ ਹੁਣ ਸਿੱਧੇ ਤੌਰ ਤੇ ਰੈਜ਼ੀਡੈਂਟ ਵੀਜ਼ਾ ਲੈਣ ਦੇ ਲਈ ਯੋਗ ਹੋ ਗਏ ਨੇ। ਇਸ ਤੋਂ ਇਲਾਵਾ ਕੰਮ ਦੇ ਆਧਾਰ ਤੇ ਵੀ ਰੈਜ਼ੀਡੈਂਸੀ ਲਈ ਅਪਲਾਈ ਕਰਨ ਦੇ ਲਈ ਗ੍ਰੀਨ ਲਿਸਟ ਵਿੱਚ ਸੈਕੰਡਰੀ ਤੇ ਪ੍ਰਾਇਮਰੀ ਟੀਚਰਸ, ਮੋਟਰ ਮਕੈਨਿਕਸ, ਡਰੇਨ ਲੇਅਰਸ, ਕੰਸਟਰਕਸ਼ਨ ਸੁਪਰਵਾਈਜ਼ਰਸ, ਗੈਸ ਫਿਟਰਸ, ਹੁਨਰਮੰਦ ਕ੍ਰੇਨ ਆਪਰੇਟਰਸ, ਹਲਾਲ ਬੁੱਚੜ ਹੁਨਰਮੰਦ ਸਿਵਲ ਮਸ਼ੀਨ ਆਪਰੇਟਰਸ ਅਤੇ ਹੁਨਰਮੰਦ ਟੈਲੀਕਮਿਊਨੀਕੇਸ਼ਨ ਟੈਕਨੀਸ਼ੀਅਨ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਬਾਰੇ ਇਮੀਗ੍ਰੇਸ਼ਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕੰਮ ਦੇ ਆਧਾਰ ਤੇ ਪੱਕੇ ਹੋਣ ਵਾਲੇ ਰਸਤੇ ਨੂੰ ਲੋੜ ਪੈਣ ਤੇ ਹੋਰ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਜੋ ਲੋੜੀਂਦੇ ਪ੍ਰਵਾਸੀ ਕਾਮਿਆਂ ਨੂੰ ਪੱਕਾ ਕੀਤਾ ਜਾ ਸਕੇ। ਉਹਨਾਂ ਨੇ ਦੱਸਿਆ ਕਿ ਸਪੈਸੀਫਿਕ ਪਰਪਸ ਵੀਜ਼ਾ ਵੀ ਅਜਿਹੇ 2500 ਮਹੱਤਵਪੂਰਨ ਵਰਕਰਾਂ ਨੂੰ ਲੰਬੇ ਸਮੇਂ ਵਾਸਤੇ ਕੰਮ ਕਰਨ ਦਾ ਮੌਕਾ ਦੇਵੇਗਾ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰ 2021 ਰੈਜ਼ੀਡੈਂਸ ਵੀਜ਼ਾ ਪ੍ਰਾਪਤ ਕਰਨ ਦੇ ਲਈ ਯੋਗ ਨਹੀਂ ਸਨ। ਉਧਰ ਨਿਊਜ਼ੀਲੈਂਡ ਵਿੱਚ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਇਮੀਗ੍ਰੇਸ਼ਨ ਮਾਮਲਿਆਂ ਨਾਲ ਸੰਬੰਧਿਤ ਤਰਜਮਾਨ ਐਰਿਕਾ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨੈਸ਼ਨਲ ਪਾਰਟੀ ਦੇਸ਼ ਵਿੱਚ ਡਾਕਟਰਸ ਅਤੇ ਨਰਸਾਂ ਦੀ ਵੱਡੀ ਘਾਟ ਨੂੰ ਮਹਿਸੂਸ ਕਰਦਿਆਂ ਜੁਲਾਈ ਮਹੀਨੇ ਤੋਂ ਆਵਾਜ਼ ਚੁੱਕ ਰਹੀ ਹੈ। ਇਸ ਕਰਕੇ ਦੇਰੀ ਲਈ ਲੇਬਰ ਸਰਕਾਰ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਡੈਮੋਕ੍ਰੈਟਿਕ ਪਾਰਟੀ ਆਗੂ ਕੈਰਨ ਰੂਥ ਬਾਸ ਨੇ ਲਾਸ ਏਂਜਲਸ ਦੀ ਮੇਅਰ ਵਜੋਂ ਹਲਫ ਲਿਆ ਅਤੇ ਇਸ ਦੇ ਨਾਲ ਹੀ ਉਹ ਸ਼ਹਿਰ ਦੇ ਸਿਖਰਲੇ ਅਹੁਦੇ ਹਾਸਲ ਕਰਨ ਵਾਲੇ ਪਹਿਲੀ ਮਹਿਲਾ ਅਤੇ ਦੂਜੀ ਸਿਆਹ-ਫਾਮ ਵਿਅਕਤੀ ਬਣ ਗਏ। ਉਹਨਾਂ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਹੁੰ ਚੁਕਾਈ ਔਰ ਉਹਨਾਂ ਨੇ ਅਜਿਹੇ ਸਮੇਂ ਵਿੱਚ ਹਲਫ ਲਿਆ ਹੈ ਜਦੋਂ ਮੁਲਕ ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਸ਼ਹਿਰ ਕਈ ਸਮੱਸਿਆਵਾਂ ਦੇ ਨਾਲ ਜੂਝ ਰਿਹਾ। ਉਹ ਸੋਮਵਾਰ ਨੂੰ ਅਧਿਕਾਰਤ ਤੌਰ ਤੇ ਅਹੁਦਾ ਸੰਭਾਲਣਗੇ। ਉਸ ਸਾਹਮਣੇ ਵੱਧਦੇ ਅਪਰਾਧਾਂ ਨੂੰ ਘੱਟ ਕਰਨ, ਨਸਲਵਾਦ ਅਤੇ ਭ੍ਰਿਸ਼ਟਾਚਾਰ ਨਾਲ ਜੂਝ ਰਹੇ ਸ਼ਹਿਰ ਦੇ ਪ੍ਰਸ਼ਾਸਨ ਵਿੱਚ ਵਿਸ਼ਵਾਸ ਬਹਾਲ ਕਰਨ ਦੀ ਚੁਣੌਤੀ ਹੋਏਗੀ। ਅਮਰੀਕਾ ਦੇ ਸਮੁੱਚੇ ਪੱਛਮੀ ਹਿੱਸੇ ਵਿੱਚ ਸ਼ਕਤੀਸ਼ਾਲੀ ਬਰਫੀਲੇ ਤੂਫਾਨ ਤੇ ਦੱਖਣੀ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਵਿੱਚ ਪਈ 7 ਇੰਚ ਤੋਂ ਵੱਧ ਬਾਰਿਸ਼ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਕੌਮੀ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਪੱਛਮੀ ਹਿੱਸੇ ਵਿੱਚ ਬਰਫੀਲਾ ਤੂਫਾਨ ਹੋਰ ਭਿਆਨਕ ਹੋ ਸਕਦਾ ਹੈ। ਕੋਲੋਰਾਡੋ ਤੋਂ ਮਿਨੀਸੋਟਾ ਤੱਕ ਜ਼ਬਰਦਸਤ ਬਰਫ਼ਬਾਰੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਚੱਲਣਗੀਆਂ। ਚੇਤਾਵਨੀ ਵਿੱਚ ਕਿਹਾ ਗਿਆ ਕਿ ਦੇਸ਼ ਦੇ ਬਹੁਤ ਸਾਰੇ ਖੇਤਰ ਭਾਰੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਹੋਣਗੇ, ਜਿਸ ਕਾਰਨ ਸਫ਼ਰ ਕਰਨਾ ਅਸੰਭਵ ਹੋ ਸਕਦਾ ਹੈ। ਉੱਤਰ ਪੂਰਬੀ ਕੈਲੀਫੋਰਨੀਆ, ਗ੍ਰੇਟਰ ਲੇਕ ਟਾਹੋ ਖੇਤਰ, ਪੱਛਮੀ ਨੇਵਾਡਾ ਤੇ ਪੂਰਬੀ ਸੀਰਾ ਨੇਵਾਡਾ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਸੀਰਾ ਨੇਵਾਡਾ ਵਿੱਚ 5 ਫੁੱਟ ਤੱਕ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। ਮੌਸਮ ਸੇਵਾ ਅਨੁਸਾਰ ਗ੍ਰੇਟਰ ਲੇਕ ਟਾਹੋ ਖੇਤਰ 'ਚ 48 ਇੰਚ ਤੱਕ ਬਰਫ਼ਬਾਰੀ ਰਿਕਾਰਡ ਕੀਤੀ ਗਈ। ਲੇਕ ਟਾਹੋ ਖੇਤਰ ਵਿੱਚ ਭਾਰੀ ਬਰਫ਼ਬਾਰੀ ਕਾਰਨ ਕੈਲੀਫੋਰਨੀਆ ਰਾਸ਼ਟਰੀ ਮਾਰਗ 99 ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਤ ਦੇ ਮੱਦੇਨਜ਼ਰ ਹੋਰ ਸੜਕਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਸੀ। ਤੂਫਾਨ ਦੇ ਪੂਰਬ ਵੱਲ ਵਧਣ ਕਾਰਨ ਤੇ ਬਰਫ਼ ਦੇ ਢੇਰਾਂ ਕਾਰਨ ਉੱਪਰਲੇ ਮੱਧ ਪੱਛਮ ਦੇ ਪ੍ਰਮੁੱਖ ਰਾਸ਼ਟਰੀ ਮਾਰਗ 190 ਤੋਂ 194 ਦੇ ਹਿੱਸੇ ਬੰਦ ਕਰਨੇ ਪੈ ਸਕਦੇ ਸਨ, ਜਿਵੇਂ ਕਿ ਇਹ ਕੱਲ੍ਹ ਵੀ ਦੱਸਿਆ ਗਿਆ ਸੀ। ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀਆਂ ਮੌਤਾਂ ਹੋ ਰਹੀਆਂ ਨੇ, ਜਿਸ ਕਾਰਨ ਹੁਣ ਉਹਨਾਂ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹ ਰਹੇ ਨੇ। ਦੱਸ ਦੇਈਏ ਕਿ ਕੈਨੇਡਾ ਵਿੱਚ ਕੇਵਲ 17 ਦਿਨਾਂ 'ਚ ਵੱਖ-ਵੱਖ ਘਟਨਾਵਾਂ 'ਚ 5 ਪੰਜਾਬੀਆਂ ਦਾ ਕਤਲ ਹੋਇਆ ਹੈ। 24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਇੱਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਹਾਈ ਸਕੂਲ ਦੀ ਪਾਰਕਿੰਗ ਵਿੱਚ ਇੱਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ ਅਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਨੇ ਕਿਹਾ ਸੀਗਾ ਕਿ ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀਗਾ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਏਗਾ, ਉਹ ਸੁਰੱਖਿਅਤ ਰਹਿਣਗੇ। ਹੁਣ ਮੈਨੂੰ ਪਛਤਾਵਾ ਹੋ ਰਿਹਾ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ਵਿੱਚ ਕਿਉਂ ਆਇਆ। ਇਸੇ ਤਰ੍ਹਾਂ 3 ਦਸੰਬਰ ਦੀ ਰਾਤ ਓਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿੱਚ ਇੱਕ
ਪੈਟਰੋ ਕੈਨੇਡਾ ਗੈਸ ਸਟੇਸ਼ਨ ਤੇ ਇੱਕ ਅਣਪਛਾਤੇ ਹਮਲਾਵਰ ਨੇ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ, ਜਿੱਥੇ ਉਹ ਰਾਤ ਭਰ ਕੰਮ ਕਰ ਰਹੀ ਸੀ। ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਕਿਹਾ, ਸਾਨੂੰ ਉਸ ਨੂੰ ਕੈਨੇਡਾ ਭੇਜਣ ਦਾ ਅਫਸੋਸ ਹੈ। ਸਾਨੂੰ ਉਸ ਨੂੰ ਇੱਥੇ ਆਪਣੇ ਕੋਲ ਰੱਖਣਾ ਚਾਹੀਦਾ ਸੀ। 3 ਦਸੰਬਰ ਨੂੰ ਇੱਕ ਹੋਰ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਐਡਮਿੰਟਨ 'ਚ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਤ ਕਰੀਬ 8:40 ਦੇ ਨੇੜੇ ਪੁਲਿਸ ਨੂੰ ਸਕਾਵਾ ਨੇੜੇ 51ਵੀਂ ਸਟਰੀਟ ਅਤੇ 13ਵੀਂ ਐਵਨਿਊ ਦੇ ਖੇਤਰ 'ਚ ਬੁਲਾਇਆ ਗਿਆ, ਜਿੱਥੇ ਉਹਨਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਪੁਲਿਸ ਜਿਵੇਂ ਹੀ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਸਨਰਾਜ ਨੂੰ ਜ਼ਖਮੀ ਹਾਲਾਤ 'ਚ ਦੇਖਿਆ। ਜਦੋਂ ਉਸ ਨੂੰ ਹਸਪੀਟਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸੇ ਤਰ੍ਹਾਂ ਸਰੀ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਨੂੰ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ਵਿੱਚ ਇੱਕ ਲੜਕੀ ਦੀ ਮ੍ਰਿਤਕ ਦੇਹ ਮਿਲੀ, ਜਿਸ ਦੀ ਬਾਅਦ ਵਿੱਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਫਿਰ 10 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਦਾ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਆਪਣੇ ਘਰ ਵਿੱਚ ਕਈ ਵਾਰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ। पेशावर ਦੇ सिख संगत ਵੱਲੋਂ ਦਾਇਰ ਪਟੀਸ਼ਨ ਤੇ ਪਾਕਿਸਤਾਨ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਜਨਗਣਨਾ ਵਿੱਚ ਪ੍ਰਕਾਸ਼ਿਤ ਫਾਰਮ ਵਿੱਚ ਸਿੱਖ ਕੌਮ ਲਈ ਵੱਖਰੀ ਕੌਮ ਵਜੋਂ ਕਾਲਮ ਬਣਾਇਆ ਜਾਏ, जबकि पहला सिख कौम ਨੂੰ ਵੀ ਘੱਟ ਗਿਣਤੀ ਫਿਰਕੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਜਾਣਕਾਰੀ ਦੇ ਅਨੁਸਾਰ पेशावर सिख संगत ਦੇ ਨੇਤਾ ਗੁਰਪਾਲ ਸਿੰਘ ਸਮੇਤ 5 ਸਿੱਖਾਂ ਨੇ 23 ਮਾਰਚ 2017 ਵਿੱਚ पेशावर ਹਾਈ ਕੋਰਟ 'ਚ ਆਪਣੇ ਵਕੀਲ ਸ਼ਾਹਿਦ ਰਜ਼ਾ ਮਲਿਕ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਨੂੰ ਅਲੱਗ ਕੌਮ ਦੇ ਰੂਪ ਵਿੱਚ ਜਨਗਣਨਾ 'ਚ ਸ਼ਾਮਲ ਕੀਤਾ ਜਾਏ ਅਤੇ ਫਾਰਮ ਵਿੱਚ ਵੱਖਰਾ ਕਾਲਮ ਬਣਾਇਆ ਜਾਏ, ਪਰ पेशावर ਹਾਈ ਕੋਰਟ ਨੇ ਇਸ ਤੇ ਉਲਟ ਫੈਸਲਾ ਸੁਣਾਉਂਦੇ ਹੋਏ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ। ਇਸ ਫੈਸਲੇ ਖਿਲਾਫ ਉਹਨਾਂ ਨੇ ਫਿਰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਇਸ ਤੇ ਸੁਪਰੀਮ ਕੋਰਟ ਨੇ ਬਹਿਸ ਦੇ ਬਾਅਦ ਅਦਾਲਤ ਨੇ ਚੀਫ ਕਮਿਸ਼ਨਰ ਜਨਗਣਨਾ, ਪਾਕਿਸਤਾਨ ਬਿਊਰੋ ਆਫ ਸਟੈਟਿਕਸ ਸਮੇਤ ਹੋਰ ਮੰਤਰਾਲਿਆਂ ਨੂੰ ਨੋਟਿਸ ਜਾਰੀ ਕਰਕੇ ਆਦੇਸ਼ ਦਿੱਤਾ ਕਿ ਜਨਗਣਨਾ ਦੇ ਫਾਰਮ ਵਿੱਚ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦਿੰਦੇ ਹੋਏ ਸਿੱਖ ਕੌਮ ਦੇ ਲਈ ਵੱਖਰਾ ਕਾਲਮ ਬਣਾਇਆ ਜਾਏ। ਨਾਸਾ ਦੇ ਚੰਦਰਮਾ ਤੇ ਪਹੁੰਚਣ ਦੇ ਮਿਸ਼ਨ ਦਾ ਪਹਿਲਾ ਪੜਾਅ ਐਤਵਾਰ ਨੂੰ ਪੂਰਾ ਹੋ ਗਿਆ। ਓਰੀਅਨ ਕੈਪਸੂਲ ਚੰਦਰਮਾ ਦੇ ਆਲੇ ਦੁਆਲੇ ਹਜ਼ਾਰਾਂ ਮੀਲ ਤੱਕ ਫੈਲੇ ਇੱਕ ਆਰਬਿਟ ਵਿੱਚ ਦਾਖਲ ਹੋਣ ਤੋਂ ਬਾਅਦ ਵਾਪਸ ਆਇਆ। ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਓਰੀਅਨ ਕੈਪਸੂਲ ਐਤਵਾਰ ਨੂੰ ਵਾਪਸ ਆ ਗਿਆ। ਇਸ ਨੂੰ ਸੁਰੱਖਿਅਤ ਢੰਗ ਨਾਲ ਮੈਕਸੀਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਿਆ ਗਿਆ। शुरुआती रिपोर्ट के मुताबिक नासा का यह मिशन सफल रहा। इस कैप्सूल ਨੂੰ ਟੈਸਟ ਫਲਾਈਟ ਦੇ ਤੌਰ ਤੇ ਚੰਦਰਮਾ ਤੇ ਭੇਜਿਆ ਗਿਆ ਸੀ, ਇਸ ਲਈ ਇਸ ਉੱਤੇ ਕੋਈ ਮਨੁੱਖ ਨਹੀਂ ਸੀ, ਪਰ ਆਉਣ ਵਾਲੇ ਦਿਨਾਂ 'ਚ ਇਸ ਨੂੰ ਰਾਹੀਂ ਪੁਲਾੜ ਯਾਤਰੀਆਂ ਨੂੰ ਚੰਦਰਮਾ ਤੇ ਭੇਜਿਆ ਜਾਏਗਾ। ਕਿਹਾ ਜਾ ਰਿਹਾ ਹੈ ਕਿ ਇਹ ਸਾਲ 2025 ਜਾਂ 2026 ਤੱਕ ਪੂਰਾ ਹੋ ਜਾਏਗਾ। ਨਾਸਾ ਨੂੰ ਇਸ ਦੀ ਸਫਲਤਾਪੂਰਵਕ ਲੈਂਡਿੰਗ ਕਰਨ ਦੀ ਜ਼ਰੂਰਤ ਸੀ ਤਾਂ ਜੋ ਇਹ ਆਪਣੀ ओरियन उड़ान बल बच सके, जो कि 2024 होएगी। इस फ्लाइट में 4 पुलाड़ यात्री जाएंगे। इस तो पहला 50 साल पहला पुलाड़ यात्री चंद्रमा ते गए। कैप्सूल धरती ते 40,000 किलोमीटर की रफ्तार नाल धरती ते पहुंचा। इस दी रफ्तार नूं घट करन दे लई पैराशूट नूं पानी विच डिगन तो ठीक पहला खोलिया गया ताकि इह सुरੱਖਿਅਤ ਹੇਠਾਂ आ सके। ओरियन ने 16 नवंबर ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਚੰਦਰਮਾ ਤੇ ਉਡਾਣ ਭਰੀ ਤੇ ਧਰਤੀ ਦੇ ਵਾਪਸ ਆਉਣ ਤੋਂ ਪਹਿਲਾਂ ਚੰਦਰਮਾ ਦੇ ਚੱਕਰ ਵਿੱਚ ਲਗਭਗ 1 ਹਫ਼ਤਾ ਬਿਤਾਇਆ। ਐਲਾਨ ਮਸਕ ਜਦੋਂ ਤੋਂ ਟਵਿੱਟਰ ਦੇ ਮਾਲਕ ਬਣੇ ਨੇ ਉਦੋਂ ਤੋਂ ਟਵਿੱਟਰ 'ਚ ਤਰ੍ਹਾਂ ਦੇ ਬਦਲਾਅ ਹੋ ਰਹੇ ਨੇ। ਤਾਜ਼ਾ ਮਾਮਲਾ ਹੁਣ ਇਹ ਹੈ ਕਿ ਹੁਣ ਟਵਿੱਟਰ ਤੇ ਲਿਖੇ ਜਾਣ ਵਾਲੇ ਸ਼ਬਦਾਂ ਦੀ ਲਿਮਟ ਵਧਾ ਦਿੱਤੀ ਗਈ ਹੈ। ਇਸ ਗੱਲ ਦੀ ਪੁਸ਼ਟੀ ਖੁਦ ਟਵਿੱਟਰ ਦੇ CEO ਐਲਾਨ ਮਸਕ ਨੇ ਕੀਤੀ ਹੈ। ਉਹਨਾਂ ਨੇ ਇੱਕ ਯੂਜ਼ਰਸ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ। ਮਾਈਕਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਇੱਕ ਟਵੀਟ ਲਈ ਸ਼ਬਦ ਸੀਮਾ 280 ਤੋਂ ਵਧਾ ਕੇ 4000 ਕਰਨ ਜਾ ਰਿਹਾ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਉਪਭੋਗਤਾ ਨੇ ਮਸਕ ਨੂੰ ਪੁੱਛਿਆ, ਐਲਨ, ਕਿ ਇਹ ਸੱਚ ਹੈ ਟਵਿੱਟਰ 280 ਤੋਂ 4000 ਅੱਖਰਾਂ ਤੱਕ ਵਧਾਉਣ ਲਈ ਤਿਆਰ ਹੈ? ਇਸ ਤੇ ਟਵਿੱਟਰ ਦੇ ਮਾਲਕ ਨੇ ਹਾਂ 'ਚ ਜਵਾਬ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਇਸ ਟਵੀਟ ਦੇ ਹੇਠਾਂ ਆਪਣੇ ਵੱਖ-ਵੱਖ ਵਿਚਾਰ ਰੱਖੇ। ਇੱਕ ਯੂਜ਼ਰ ਨੇ ਟਿੱਪਣੀ ਕੀਤੀ ਹੈ, ਇਹ ਇੱਕ ਵੱਡੀ ਗਲਤੀ ਹੋਏਗੀ। ਟਵਿੱਟਰ ਦਾ ਮਕਸਦ ਤੇਜ਼ ਖਬਰਾਂ ਦੇਣਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਹੁਤ ਸਾਰੀ ਅਸਲ ਜਾਣਕਾਰੀ ਖਤਮ ਹੋ ਜਾਏਗੀ। ਦੂਜੇ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਹੈ ਕਿ 4000 ਕੀ ਇਹ ਇੱਕ ਐਸੇ ਹੈ, ਯਾਨੀ ਕਿ ਲੇਖ ਹੈ, ਟਵੀਟ ਨਹੀਂ। ਦੂਜੇ ਪਾਸੇ ਟਵਿੱਟਰ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਉਪਭੋਗਤਾਵਾਂ ਲਈ ਕਮਿਊਨਿਟੀ ਨੋਟਿਸ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ। ਕੰਪਨੀ ਦੇ ਅਨੁਸਾਰ ਕਮਿਊਨਿਟੀ ਨੋਟਿਸ ਦਾ ਉਦੇਸ਼ ਟਵਿੱਟਰ ਤੇ ਲੋਕਾਂ ਨੂੰ ਗੁੰਮਰਾਹਕੁਨ ਟਵੀਟਸ ਦੇ ਸੰਦਰਭ ਨੂੰ ਸਹਿਯੋਗੀ ਤੌਰ ਤੇ ਜੋੜਨ ਦੇ ਲਈ ਤਾਕਤਵਰ ਬਣਾ ਕੇ ਇੱਕ ਬਿਹਤਰ ਦੁਨੀਆ ਬਣਾਉਣਾ ਹੈ।
ਕੈਨੇਡਾ ਵਿੱਚ ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬ ਦੇ ਜ਼ਿਲ੍ਹਾ ਖੰਨਾ ਦੇ ਪਿੰਡ ਕਾਲੜ ਦੀ ਵਸਨੀਕ ਪਵਨਪ੍ਰੀਤ ਕੌਰ ਦਾ ਪਰਿਵਾਰ ਡੂੰਘੇ ਸਦਮੇ 'ਚ ਹੈ। ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਨੇ ਧੀ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਧੀਆਂ ਵਿੱਚੋਂ ਪਵਨਪ੍ਰੀਤ ਕੌਰ ਵੱਡੀ ਸੀ, ਜੋ ਕਿ 3 ਸਾਲ ਪਹਿਲਾਂ ਕੈਨੇਡਾ ਪੜ੍ਹਨ ਦੇ ਲਈ ਗਈ ਸੀ ਅਤੇ ਉਸਦੀ ਛੋਟੀ ਧੀ +2 ਵਿੱਚ ਪੜ੍ਹਦੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਕੈਨੇਡਾ 'ਚ ਪਵਨਪ੍ਰੀਤ ਨੂੰ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ ਤਾਂ ਉਹ ਕਦੇ ਆਪਣੀ ਧੀ ਨੂੰ ਬਾਹਰ ਨਾ ਭੇਜਦੇ। ਉਹਨਾਂ ਨੇ ਕਿਹਾ ਕਿ ਹੁਣ ਆਪਣੀ ਛੋਟੀ ਧੀ ਨੂੰ ਬਾਹਰ ਭੇਜਣ ਬਾਰੇ ਸੋਚ ਵੀ ਨਹੀਂ ਸਕਦੇ, ਜਦੋਂ ਕਿ ਪਹਿਲਾਂ ਉਹ ਆਪਣੀ ਛੋਟੀ ਲੜਕੀ ਨੂੰ ਆਪਣੀ ਵੱਡੀ ਲੜਕੀ ਕੋਲ ਭੇਜਣਾ ਚਾਹੁੰਦੇ ਸਨ। ਉਹ ਆਪਣੀ ਲੜਕੀ ਦੀ ਮ੍ਰਿਤਕ ਧੀ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਨੇ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਦਾ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਦੱਸ ਦਈਏ ਕਿ ਪਵਨਪ੍ਰੀਤ ਕੌਰ ਨੂੰ ਪਿਛਲੇ ਹਫ਼ਤੇ ਓਨਟਾਰੀਓ ਦੇ ਸੂਬੇ ਮਿਸਿਸਾਗਾ ਸ਼ਹਿਰ ਵਿੱਚ ਇੱਕ ਪੈਟਰੋ ਕੈਨੇਡਾ ਗੈਸ ਸਟੇਸ਼ਨ ਤੇ ਇੱਕ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਦਿੱਤੀਆਂ ਸਨ, ਜਿੱਥੇ ਉਹ ਰਾਤ ਭਰ ਕੰਮ ਕਰ ਰਹੀ ਸੀ। ਕੈਨੇਡਾ ਦੀ ਪੁਲਿਸ ਨੇ ਬਰੈਂਪਟਨ ਸ਼ਹਿਰ ਵਿੱਚ ਇੱਕ ਸਿੱਖ ਵਿਅਕਤੀ ਨੂੰ ਚੋਰੀ ਕੀਤੇ ਵਾਹਨ ਦੁਆਰਾ ਇੱਕ ਪੁਲਿਸ ਕਰੂਜ਼ਰ ਨੂੰ ਜਾਣਬੁੱਝ ਕੇ ਸੜਕ ਤੋਂ ਹਟਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਜੁਲਾਈ 2021 ਵਿੱਚ ਗੌਰਵਦੀਪ ਸਿੰਘ ਨੂੰ ਬਰੈਂਪਟਨ 'ਚ ਓਨਟਾਰੀਓ ਸਟਰੀਟ ਅਤੇ ਕਾਉਂਟੀ ਕੋਰਟ ਬਲਾਵਰਡ ਦੇ ਆਲੇ ਦੁਆਲੇ ਇੱਕ ਚੋਰੀ ਹੋਈ ਗੱਡੀ ਚਲਾਉਂਦਿਆਂ ਦੇਖਿਆ ਗਿਆ। ਸਿੰਘ ਨੇ ਪੁਲਿਸ ਦੀ ਕਾਰ ਨੂੰ ਜਾਣਬੁੱਝ ਕੇ ਟੱਕਰ ਮਾਰੀ, ਜਿਸ ਕਾਰਨ ਇਹ ਸੜਕੇ ਤੋਂ ਇੱਕ ਪਾਸੇ ਹੋ ਗਈ। ਘਟਨਾ ਤੋਂ ਬਾਅਦ ਸਿੰਘ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਅਤੇ ਉਸ ਨੂੰ ਪਿਛਲੇ ਮਹੀਨੇ ਦੇ ਅਖੀਰ ਵਿੱਚ ਗ੍ਰਿਫਤਾਰ ਕੀਤਾ ਗਿਆ। ਸਿੰਘ ਤੇ 12 ਅਪਰਾਧਾਂ ਦੇ ਦੋਸ਼ ਲਾਏ ਗਏ ਨੇ, ਜਿਨ੍ਹਾਂ 'ਚ ਮੋਟਰ ਵਾਹਨ ਚੋਰੀ, ਚੋਰੀ ਦੀ ਜਾਇਦਾਦ ਤੇ ਕਬਜ਼ਾ ਕਰਨਾ ਅਤੇ ਪੁਲਿਸ ਅਧਿਕਾਰੀ ਤੋਂ ਉਡਾਣ ਭਰਨਾ ਸ਼ਾਮਲ ਹੈ। ਪੀਲ ਖੇਤਰੀ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਚਮਤਕਾਰ ਹੈ ਕਿ ਇਸ ਘਟਨਾ ਵਿੱਚ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ। ਅਲਬਰਟਾ ਵਿੱਚ ਵੱਧ ਰਹੀ ਮਹਿੰਗਾਈ ਨੇ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣਾ ਰੱਖਿਆ ਹੈ। ਖਾਣ ਵਾਲੀਆਂ ਚੀਜ਼ਾਂ ਦੇ ਮੁੱਲ ਤਕਰੀਬਨ ਦੁੱਗਣੇ ਹੋਣ ਕਰਕੇ ਲੋਕਾਂ ਵਾਸਤੇ ਘਰਾਂ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ। ਦੂਜੇ ਪਾਸੇ ਬੈਂਕ ਆਫ ਕੈਨੇਡਾ ਨੇ ਵੀ ਘੱਟ ਨਹੀਂ ਕੀਤੀ। ਜੋ ਲੋਕਾਂ ਨੇ ਘਰਾਂ ਵਾਸਤੇ ਬੈਂਕ ਤੋਂ ਕਰਜ਼ੇ ਲਏ ਨੇ, ਉਹਨਾਂ ਦੀ ਵਿਆਜ ਦਰ ਨੇ ਲੋਕਾਂ ਦੀ ਨੀਂਦ ਹੀ ਹਰਾਮ ਕਰ ਦਿੱਤੀ ਹੈ। ਇੱਕ ਮਹੀਨੇ 'ਚ 2 ਵਾਰ ਵਿਆਜ ਦਰ ਦਾ ਵਾਧਾ ਹੋਣ ਕਰਕੇ ਘਰਾਂ ਦੀ ਖਰੀਦਦਾਰੀ ਵਿੱਚ ਕਮੀ ਆ ਰਹੀ ਹੈ। ਅਜੇ ਦੁਬਾਰਾ ਨਵੇਂ ਸਾਲ 2023 ਤੇ ਜਨਵਰੀ ਮਹੀਨੇ ਵਿੱਚ ਇੱਕ ਵਾਰ ਫਿਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 'ਚ ਵਾਧਾ ਕਰਨ ਦੀ ਚਰਚਾ ਚੱਲ ਰਹੀ ਹੈ। ਮਹਿੰਗਾਈ ਹੋਣ ਕਰਕੇ ਲੋਕਾਂ ਦੀਆਂ ਨੌਕਰੀਆਂ ਤੇ ਵੀ ਆਰੀ ਫਿਰ ਸਕਦੀ ਹੈ। ਪਿਛਲੇ ਸਮੇਂ ਵਿੱਚ ਕਈ ਵੱਡੀਆਂ ਕੰਪਨੀਆਂ ਵੱਲੋਂ ਆਪਣੇ ਕਾਮਿਆਂ ਨੂੰ ਵੀ ਕੰਮਾਂ ਤੋਂ ਫਾਰਗ ਕੀਤਾ ਗਿਆ। ਇਸ ਸਮੇਂ ਬਹੁਤੇ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਰੈਸੈਸ਼ਨ ਵੀ ਆਉਣਾ ਹੈ। ਫਿਰ ਆਮ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਮਹਿੰਗਾਈ ਨੂੰ ਨੱਥ ਪਾਈ ਜਾਏ, ਨਹੀਂ ਤਾਂ ਛੋਟੇ ਕਾਰੋਬਾਰ ਬੰਦ ਹੋਣ ਕਰਕੇ ਕਈ ਲੋਕ ਕੰਮਾਂ ਤੋਂ ਵਿਹਲੇ ਹੋ ਜਾਣਗੇ। ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ਵੱਲੋਂ ਬੀਤੇ ਮਹੀਨੇ ਦੋਵਾਂ ਦੇਸ਼ਾਂ ਵਿਚਕਾਰ ਹਵਾਬਾਜ਼ੀ ਸਮਝੌਤੇ ਦਾ ਵਿਸਤਾਰ ਕੀਤਾ ਗਿਆ, ਜਿਸ ਵਿੱਚ ਪੰਜਾਬ ਦਾ ਕੋਈ ਹਵਾਈ ਅੱਡਾ ਸ਼ਾਮਲ ਨਾ ਕਰਨ ਤੋਂ ਬਾਅਦ ਕੈਨੇਡਾ ਦੀ ਪੰਜਾਬੀ ਵਸੋਂ ਵੱਲੋਂ ਰੋਸ ਦਾ ਪ੍ਰਗਟਾਵਾ ਕਰਨਾ ਜਾਰੀ ਰੱਖਿਆ ਜਾ ਰਿਹਾ। ਕੈਨੇਡਾ ਦੀਆਂ ਸਾਰੀਆਂ ਮੁੱਖ ਰਾਜਨੀਤਿਕ ਪਾਰਟੀਆਂ ਤੋਂ ਲਗਭਗ 1.5 ਦਰਜਨ ਪੰਜਾਬੀ ਮੂਲ ਦੇ ਸੰਸਦ ਮੈਂਬਰ ਨੇ, ਪਰ ਇਸ ਅਹਿਮ ਮੁੱਦੇ ਤੇ ਉਹਨਾਂ ਸੰਸਦ ਮੈਂਬਰਾਂ ਵੱਲੋਂ ਆਪਣੀਆਂ ਪਾਰਟੀਆਂ ਦੀਆਂ ਸਫ਼ਾ ਤੋਂ ਉੱਪਰ ਉੱਠ ਕੇ ਕੌਮ ਦੇ ਹਿੱਤ ਵਿੱਚ ਇਕਜੁੱਟਤਾ ਨਾਲ ਹਾਂ ਦਾ ਨਾਰਾ ਨਾ ਮਾਰ ਸਕਣ ਤੇ ਵੀ ਲੋਕਾਂ 'ਚ ਖੁੰਡ ਚਰਚਾ ਚੱਲ ਰਹੀ ਹੈ। ਇੱਥੋਂ ਤੱਕ ਕਿ ਜਗਮੀਤ ਸਿੰਘ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਨੇ ਅਤੇ NDP ਦੀ ਫੜੀਆਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਚੱਲ ਰਹੀ ਹੈ। ਇਸ ਦੇ ਬਾਵਜੂਦ ਕੈਨੇਡਾ ਤੋਂ ਸਿੱਧੀ ਉਡਾਣ ਵਾਲੇ ਪੰਜਾਬੀਆਂ ਦੀ ਮੰਗ ਨੂੰ ਕਿਸੇ ਸਿਰੇ ਨਹੀਂ ਲਗਾਇਆ ਜਾ ਸਕਿਆ। ਇਸ ਦੇ ਉਲਟ ਉਪਰੋਕਤ ਸਮਝੌਤੇ ਨਾਲ ਇਸ ਮੰਗ ਦਾ ਮੰਨਿਆ ਜਾਣਾ ਹੋਰ ਵੀ ਔਖਾ ਹੋ ਗਿਆ ਜਾਪਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 1982 ਤੋਂ ਚੱਲ ਰਹੇ ਸਮਝੌਤੇ ਤਹਿਤ ਕੈਨੇਡਾ ਦੀਆਂ ਹਵਾਈ ਕੰਪਨੀਆਂ ਨੂੰ ਭਾਰਤ ਦੇ ਅੱਧੀ ਕੁ ਦਰਜਨ ਪ੍ਰਮੁੱਖ ਸ਼ਹਿਰਾਂ 'ਚ ਆਪਣੀ ਪਸੰਦ ਦੇ ਸ਼ਹਿਰ ਵਿੱਚ ਉਡਾਣ ਲਿਜਾਣ ਦੀ ਖੁੱਲ੍ਹ ਮਿਲ ਸਕਦੀ ਹੈ। ਪਰ ਹੁਣ ਕੀਤੇ ਸਮਝੌਤੇ ਵਿੱਚ ਦਿੱਲੀ, ਬੰਬਈ, ਬੰਗਲੌਰ, ਚੇਨਈ, ਹੈਦਰਾਬਾਦ ਤੇ ਕੋਲਕਾਤਾ ਤੋਂ ਬਿਨਾਂ ਹੋਰ ਕਿਸੇ ਹਵਾਈ ਅੱਡੇ ਉੱਪਰ ਕੈਨੇਡਾ ਤੋਂ ਸਿੱਧੀ ਉਡਾਣ ਨਹੀਂ ਚਲਾਈ ਜਾ ਸਕਦੀ। ਬਰੈਂਪਟਨ ਤੋਂ ਸੰਸਦ ਪੱਤਰਕਾਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪ੍ਰਮੁੱਖ ਸ਼ਹਿਰਾਂ ਦੇ ਵਰਗੀਕਰਨ 'ਚ ਪੰਜਾਬ ਦਾ ਕੋਈ ਸ਼ਹਿਰ ਸ਼ਾਮਲ ਨਹੀਂ ਹੈ। ਅੰਮ੍ਰਿਤਸਰ ਤੇ ਚੰਡੀਗੜ੍ਹ ਟੀਅਰ 2 ਵਿੱਚ ਰੱਖੇ ਗਏ, ਜਿਸ ਕਰਕੇ ਦੋਵੇਂ ਦੇਸ਼ਾਂ ਦੇ ਹਵਾਬਾਜ਼ੀ ਸਮਝੌਤੇ 'ਚ ਅੰਮ੍ਰਿਤਸਰ ਸ਼ਾਮਲ ਨਹੀਂ ਕਰਵਾਇਆ ਜਾ ਸਕੇ ਔਰ ਟੀਅਰ 3 ਦੇ ਸ਼ਹਿਰਾਂ 'ਚ ਪੰਜਾਬ ਦਾ ਇੱਕ ਸ਼ਹਿਰ ਬਠਿੰਡਾ ਵੀ ਸ਼ਾਮਲ ਹੈ। ਜਦੋਂ ਬੀਵੀ ਸਹੋਤਾ ਨੂੰ ਪੁੱਛਿਆ ਗਿਆ ਕਿ ਪੰਜਾਬੀਆਂ ਦੇ ਹਿੱਤਾਂ ਦੀ ਅਣਦੇਖੀ ਕਰਨ ਵਾਲਾ ਇਹ ਸਮਝੌਤਾ ਸਹੀਬੱਧ ਕਰਨਾ ਜ਼ਰੂਰੀ ਕਿਉਂ ਸੀ, ਤਾਂ ਉਹਨਾਂ ਨੇ ਆਖਿਆ ਕਿ ਅਸੀਂ ਦੋਵੇਂ ਦੇਸ਼ਾਂ ਦੇ ਦੁਵੱਲੇ ਸੰਬੰਧ ਸਥਿਰ ਰੱਖ ਕੇ
ਕੂਟਨੀਤੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਟਰੂਡੋ ਸਰਕਾਰ ਵਿੱਚ ਮੰਤਰੀ ਕਮਲ ਖਹਿਰਾ ਨੇ ਇਸ ਪੱਤਰਕਾਰ ਨੂੰ ਇਹ ਵੀ ਦੱਸਿਆ ਕਿ ਕੈਨੇਡਾ ਤੋਂ ਪੰਜਾਬ ਵਿੱਚ ਸਿੱਧੀ ਉਡਾਣ ਵਾਸਤੇ ਕੈਨੇਡਾ ਦੀ ਸਰਕਾਰ ਵੱਲੋਂ ਕੋਈ ਰੁਕਾਵਟ ਨਹੀਂ ਹੈ। ਭਾਰਤ ਤੋਂ ਇਸ ਵਾਸਤੇ ਸਹਿਮਤੀ ਨਹੀਂ ਮਿਲੀ। ਉਹਨਾਂ ਨੇ ਆਖਿਆ ਕਿ ਅਸੀਂ ਪੰਜਾਬ ਵਾਸਤੇ ਸਿੱਧੀ ਉਡਾਣ ਸ਼ੁਰੂ ਕਰਵਾਉਣ ਦੇ ਲਈ ਆਪਣੇ ਯਤਨ ਜਾਰੀ ਰੱਖ ਰਹੇ ਹਾਂ। ਕੋਰੋਨਾ ਮਹਾਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾਂ ਦੇ ਮੁਅੱਤਲ ਵੀਜ਼ੇ ਦੁਬਾਰਾ ਸ਼ੁਰੂ ਖਾਸ ਤੌਰ ਤੇ ਈ ਵੀਜ਼ਾ ਕਰਵਾਉਣ ਦੇ ਲਈ ਉਪਰਾਲੇ ਕਰਨ ਦੇ ਸਵਾਲ ਦਾ ਜਵਾਬ ਸੰਸਦ ਮੈਂਬਰ ਰੂਬੀ ਸੋਹਤਾ ਨੇ ਇਸ ਬਾਰੇ ਅਗਲੇ ਦਿਨ ਦੌਰਾਨ ਆਵਾਜ਼ ਉਠਾਈ ਜਾਏਗੀ ਕਿਹਾ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਅਤੇ ਸਿੱਖ ਆਗੂ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਵਿਚਕਾਰ ਤਣਾਅ ਵੱਧਦਾ ਜਾ ਰਿਹਾ। ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਸਿਹਤ ਸੰਭਾਲ ਸੰਕਟ ਨਾਲ ਨਜਿੱਠਣ ਦੇ ਲਈ ਕੋਈ ਸੰਘੀ ਕਾਰਵਾਈ ਨਹੀਂ ਹੁੰਦੀ ਹੈ ਤਾਂ ਉਹਨਾਂ ਦੀ ਪਾਰਟੀ ਲਿਬਰਲਾਂ ਨਾਲ ਕੀਤੇ ਗਏ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਤੋਂ ਪਿੱਛੇ ਹਟਣ ਦੇ ਲਈ ਤਿਆਰ ਹੈ। ਇਹ ਸਮਝੌਤਾ 2025 ਤੋਂ ਪਹਿਲਾਂ ਚੋਣਾਂ ਤੋਂ ਬਚਣ ਦੇ ਲਈ ਹਾਊਸ ਆਫ ਕਾਮਨਸ ਵਿੱਚ ਮੁੱਖ ਵੋਟਾਂ ਦੇ ਐਨਡੀਪੀ ਘੱਟ ਗਿਣਤੀ ਸਰਕਾਰ ਦਾ ਸਮਰਥਨ ਕਰੇਗਾ। ਬਦਲੇ ਵਿੱਚ ਜਿਹੜੇ ਲਿਬਰਲਸ ਨੇ ਸਿਹਤ ਦੇਖਭਾਲ ਸਮੇਤ ਐਨਡੀਪੀ ਦੀਆਂ ਕਈ ਤਰਜੀਹਾਂ ਤੇ ਕੰਮ ਕਰਨ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਸਮਝੌਤੇ ਦੀਆਂ ਕੁਝ ਸ਼ਰਤਾਂ ਬਹੁਤ ਖਾਸ ਨੇ, ਜਿਸ ਵਿੱਚ ਸਿਹਤ ਦੇਖਭਾਲ ਤੇ ਪਾਰਟੀ ਦੇ ਸਮਝੌਤੇ ਵਿੱਚ ਵਾਧੂ ਚੱਲ ਰਹੇ ਨਿਵੇਸ਼ ਸ਼ਾਮਲ ਨੇ, ਪਰ ਕੋਈ ਸਮਾਂ ਸੀਮਾ ਜਾਂ ਖਾਸ ਡਾਲਰ ਦੇ ਅੰਕੜੇ ਨਹੀਂ ਹਨ। ਸਿੰਘ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜੇ ਅਸੀਂ ਸਿਹਤ ਸੰਭਾਲ ਤੇ ਕਾਰਵਾਈ ਹੁੰਦੀ ਨਹੀਂ ਦੇਖਦੇ ਤਾਂ ਅਸੀਂ ਆਪਣਾ ਸਮਰਥਨ ਵਾਪਸ ਲੈਣ ਦਾ ਪੂਰਾ ਅਧਿਕਾਰ ਰਾਖਵਾਂ ਰੱਖਦੇ ਹਾਂ। ਇਹ ਗੰਭੀਰਤਾ ਦੇ ਪੱਧਰ ਤੇ ਹੈ, ਅਸੀਂ ਕਾਰਵਾਈ ਹੁੰਦੇ ਹੋਏ ਦੇਖਣਾ ਚਾਹੁੰਦੇ ਹਾਂ। ਸਿੰਘ ਨੇ ਕਿਹਾ ਕਿ ਉਹ ਦੇਸ਼ ਭਰ ਦੇ ਬੱਚਿਆਂ ਦੇ ਹਸਪਤਾਲਸ ਵਿੱਚ ਵੱਧਦੀਆਂ ਸਮੱਸਿਆਵਾਂ ਬਾਰੇ ਖਾਸ ਤੌਰ ਤੇ ਚਿੰਤਤ ਨੇ। ਉਹਨਾਂ ਨੇ ਹਾਊਸ ਆਫ ਕਾਮਨਸ ਵਿੱਚ ਐਮਰਜੈਂਸੀ ਬਹਿਸ ਦੀ ਬੇਨਤੀ ਕੀਤੀ ਕਿਉਂਕਿ ਹਸਪਤਾਲ ਵਿੱਚ ਬਿਮਾਰ ਬੱਚਿਆਂ ਦੀ ਆਮਦ ਵੱਧ ਰਹੀ ਹੈ। ਸਿੰਘ ਨੇ ਕਿਹਾ ਕਿ ਅਸੀਂ ਇੱਕ ਬ੍ਰੇਕਿੰਗ ਪੁਆਇੰਟ ਤੇ ਹਾਂ, ਸਾਡੇ ਬੱਚੇ ਇਸ ਸਮੇਂ ਖਤਰੇ 'ਚ ਨੇ। ਸਿੰਘ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਮੱਸਿਆ ਦਾ ਹੱਲ ਕੱਢਣ ਦੇ ਲਈ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨ। ਉਹਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰਾਂ ਦੀ ਬਹਿਸ ਤੋਂ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਸਿੰਘ ਨੇ ਕਿਹਾ ਕਿ ਸਿਹਤ ਦੇਖ-ਰੇਖ ਤੇ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਵਿੱਚ ਲਗਾਈਆਂ ਗਈਆਂ ਸ਼ਰਤਾਂ ਜਾਣ-ਬੁੱਝ ਕੇ ਲਚਕੀਲੀਆਂ ਨੇ। ਇਹ ਕੇਵਲ ਸਿਹਤ ਸੰਭਾਲ ਟ੍ਰਾਂਸਫਰ ਬਾਰੇ ਨਹੀਂ ਹੈ, ਇਹ ਫੌਰੀ ਸੰਕਟ ਬਾਰੇ ਹੈ, ਜਿਸ ਲਈ ਪ੍ਰਧਾਨ ਮੰਤਰੀ ਨੂੰ ਤੁਰੰਤ ਕਾਰਵਾਈ ਅਤੇ ਕਦਮ ਚੁੱਕਣ ਦੀ ਲੋੜ ਹੈ। ਪਾਕਿਸਤਾਨ ਦੀ ਫੌਜ ਅਤੇ ਅਫਗਾਨ ਤਾਲਿਬਾਨ ਲੜਾਕਿਆਂ ਵਿਚਕਾਰ ਝੜਪ ਉਦੋਂ ਸ਼ੁਰੂ ਹੋਈ ਜਦੋਂ ਅਫਗਾਨ ਸਰਹੱਦੀ ਸ਼ਹਿਰ ਸਪਿਨ ਬੋਲਦਾਕ ਤੇ ਮੋਰਟਾਰ ਦਾਗੇ ਜਾਣ ਕਾਰਨ ਘੱਟੋ-ਘੱਟ 4 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਦੇ ਜਵਾਬ ਵਿੱਚ ਅਫਗਾਨ ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਅਫਗਾਨ ਚਮਨ ਸਰਹੱਦ ਨੇੜੇ ਹਮਲਾ ਕੀਤਾ। ਤਾਲਿਬਾਨ ਲੜਾਕਿਆਂ ਦੀ ਭਾਰੀ ਗੋਲੀਬਾਰੀ ਵਿੱਚ 6 ਪਾਕਿਸਤਾਨੀ ਨਾਗਰਿਕ ਮਾਰੇ ਗਏ ਅਤੇ 17 ਜ਼ਖਮੀ ਹੋ ਗਏ। ਹਮਲੇ 'ਚ ਜ਼ਖਮੀ ਹੋਏ ਲੋਕਾਂ ਨੂੰ ਚਮਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਾਕਿਸਤਾਨ ਫੌਜ ਨੇ ਤਾਲਿਬਾਨ ਲੜਾਕਿਆਂ ਨੂੰ ਚੌਂਕੀਆਂ ਬਣਾਉਣ ਤੋਂ ਰੋਕਣ 'ਚ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵਾਂ ਵਿਚਾਲੇ ਝੜਪ ਹੋਈ। ਉਹਨਾਂ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਸਰਹੱਦ ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ। ਪਾਕਿਸਤਾਨ ਅਤੇ ਅਫਗਾਨਿਸਤਾਨ ਇੱਕ ਸਰਹੱਦ ਦੁਆਰਾ ਵੱਖ ਕੀਤੇ ਗਏ। ਇਸ ਨੂੰ ਤੁਰੰਤ ਲਾਈਨ ਕਿਹਾ ਜਾਂਦਾ ਹੈ, ਡੂਰੰਡ ਲਾਈਨ, ਔਰ ਪਾਕਿਸਤਾਨ ਇਸ ਨੂੰ ਸੀਮਾ ਰੇਖਾ ਮੰਨਦਾ ਹੈ। ਪਰ ਤਾਲਿਬਾਨ ਦਾ ਸਾਫ਼ ਕਹਿਣਾ ਹੈ ਕਿ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਸੂਬਾ ਉਸ ਦਾ ਹਿੱਸਾ ਹੈ। ਪਾਕਿਸਤਾਨ ਨੇ ਕੰਡਿਆਲੀ ਤਾਰ ਨਾਲ ਵਾੜ ਕੀਤੀ ਹੈ, ਪਰ ਤਾਲਿਬਾਨ ਇਸ ਦਾ ਵਿਰੋਧ ਕਰਦੇ ਨੇ। ਵੀਡੀਓ ਟਵਿੱਟਰ ਤੇ ਸ਼ੇਅਰ ਕਰਦੇ ਹੋਏ ਇੱਕ ਪੱਤਰਕਾਰ ਨੇ ਕਿਹਾ ਕਿ ਪਾਕਿਸਤਾਨ ਨੇ ਤਾਲਿਬਾਨ ਦੇ ਨਾਗਰਿਕਾਂ ਤੇ ਹਮਲਾ ਕਰਨ ਦਾ ਦੋਸ਼ ਲਗਾਇਆ, ਜਿਸ ਵਿੱਚ 6 ਨਾਗਰਿਕ ਮਾਰੇ ਗਏ ਨੇ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਹੋਟਲ ਵਿੱਚ ਜ਼ਬਰਦਸਤ ਧਮਾਕਾ ਹੋਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਰਿਪੋਰਟਾਂ ਦੇ ਅਨੁਸਾਰ ਬੰਬ ਧਮਾਕਾ ਇੱਕ ਹੋਟਲ ਵਿੱਚ ਹੋਇਆ ਜਿੱਥੇ ਚੀਨੀ ਸੈਲਾਨੀ ਅਕਸਰ ਆਉਂਦੇ ਨੇ। ਨਿਊਜ਼ ਏਜੰਸੀ AFP ਦੇ ਅਨੁਸਾਰ ਕਾਬੁਲ ਵਿੱਚ ਚੀਨੀ ਕਾਰੋਬਾਰੀਆਂ ਦੁਆਰਾ ਇਮਾਰਤਾਂ ਦਾ ਅਕਸਰ ਦੌਰਾ ਕੀਤਾ ਜਾਂਦਾ ਸੀ ਔਰ ਸਾਬਕਾ ਟੋਲ ਨਿਊਜ਼ ਪੱਤਰਕਾਰ ਅਦੁਲਕ ਉਮੇਰੀ ਨੇ ਆਪਣੇ ਟਵਿੱਟਰ ਹੈਂਡਲ ਤੇ ਹਮਲਿਆਂ ਦੀਆਂ ਵੀਡੀਓਜ਼ ਪੋਸਟ ਕੀਤੀਆਂ। ਵੀਡੀਓਜ਼ ਹਮਲੇ ਅਧੀਨ ਹੋਟਲ ਦੀ ਇਮਾਰਤ ਵਿੱਚ ਅੱਗ ਅਤੇ ਸੰਘਣਾ ਕਾਲਾ ਧੂੰਆਂ ਨਿਕਲਦਾ ਦਿਖਾਉਂਦੇ ਨੇ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਹਮਲਾਵਰਾਂ ਨੇ ਕਾਬੁਲ ਦੇ ਪਾਸ਼ ਸ਼ਿਆਰਨੋ ਇਲਾਕੇ 'ਚ ਹੋਟਲ ਸਟਾਰੇ 9 ਵਿੱਚ ਹਮਲਾ ਕੀਤਾ। ਰਿਪੋਰਟਾਂ ਦੇ ਮੁਤਾਬਕ ਹਮਲਾਵਰ ਅਜੇ ਵੀ ਹੋਟਲ ਦੀ ਇਮਾਰਤ ਦੇ ਅੰਦਰ ਨੇ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਜਾ ਰਹੀ ਇੱਕ ਮਹਿਲਾ ਯਾਤਰੀ ਕੋਲੋਂ ਕਸਟਮ ਵਿਭਾਗ ਨੇ 18 ਲੱਖ ਰੁਪਏ ਤੋਂ ਵੱਧ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਕਸਟਮ ਵਿਭਾਗ ਨੇ ਔਰਤ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਕਾਬੂ ਕੀਤਾ। ਵਿਭਾਗ ਵੱਲੋਂ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਗਈ ਹੈ। ਕਸਟਮ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਹਵਾਈ ਅੱਡੇ ਵਿੱਚ ਤਾਇਨਾਤ CISF ਦੇ
ਸੁਰੱਖਿਆ ਜਵਾਨਾਂ ਨੇ ਜਾਂਚ ਦੌਰਾਨ ਉਕਤ ਔਰਤ ਨੂੰ ਕਾਬੂ ਕੀਤਾ ਤੇ ਔਰਤ ਕੋਲ ਵਿਦੇਸ਼ੀ ਕਰੰਸੀ ਹੋਣ ਦਾ ਪਤਾ ਲੱਗਣ ਤੇ ਉਸ ਨੂੰ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਕਸਟਮ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਸ ਔਰਤ ਕੋਲ 18,18,000 ਰੁਪਏ ਭਾਰਤੀ ਮੂਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਵਿੱਚ ਯੂਰੋ, ਪੌਂਡ, ਆਸਟ੍ਰੇਲੀਆਈ ਡਾਲਰ ਜਿਹੜੇ ਸ਼ਾਮਲ ਨੇ ਔਰ ਅਤੇ ਕੁਝ ਹੋਰ ਮੁਲਕਾਂ ਦੀ ਕਰੰਸੀ ਸ਼ਾਮਲ ਹੈ। ਅਧਿਕਾਰੀਆਂ ਦੇ ਮੁਤਾਬਕ ਔਰਤ ਨੇ ਵਿਦੇਸ਼ੀ ਕਰੰਸੀ ਇੱਕ ਲਿਫਾਫੇ ਵਿੱਚ ਪਾ ਕੇ ਆਪਣੇ ਕੋਲ ਲੱਕ ਤੇ ਬੰਨੀ ਹੋਈ ਸੀ ਔਰ ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਮਹਿਲਾ ਯਾਤਰੀ ਵਿਦੇਸ਼ੀ ਕਰੰਸੀ ਅਤੇ ਸੋਨੇ ਦੀ ਤਸਕਰੀ ਦੇ ਚੱਲ ਰਹੇ ਧੰਦੇ ਦਾ ਹਿੱਸਾ ਵੀ ਹੈ। ਕਸਟਮ ਵਿਭਾਗ ਨੇ ਇੱਕ ਹੋਰ ਯਾਤਰੀ ਨੂੰ ਕਾਬੂ ਕੀਤਾ ਹੈ ਜਿਸ ਨੂੰ ਇਸ ਤਸਕਰੀ ਯੋਜਨਾ ਦਾ ਸਰਗਨਾ ਦੱਸਿਆ ਗਿਆ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਕੋਲੋਂ ਕੀਤੀ ਗਈ ਪੜਤਾਲ ਦੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ 2 ਕਰੋੜ ਤੋਂ ਵੱਧ ਭਾਰਤੀ ਮੁੱਲ ਦੀ ਵਿਦੇਸ਼ੀ ਕਰੰਸੀ ਤਸਕਰੀ ਰਾਹੀਂ ਭਾਰਤ ਵਿੱਚੋਂ ਬਾਹਰ ਲਿਜਾਈ ਗਈ ਅਤੇ ਲਗਭਗ 5 ਕਰੋੜ ਰੁਪਏ ਮੁੱਲ ਦਾ ਸੋਨਾ ਤਸਕਰੀ ਰਾਹੀਂ ਭਾਰਤ ਲਿਆਂਦਾ ਗਿਆ। ਇਹ ਤਸਕਰੀ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਰਾਹੀਂ ਕੀਤੀ ਗਈ ਹੈ। ਆਸਟ੍ਰੇਲੀਆ ਦੇ ਇੱਕ ਪਿੰਡੂ ਖੇਤਰ ਵਿੱਚ 2 ਪੁਲਿਸ ਅਧਿਕਾਰੀਆਂ ਸਣੇ 6 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ਵਿੱਚ ਮੌਕੇ ਤੇ ਪਹੁੰਚੇ ਸਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਵਾਪਰੀ ਜਦੋਂ 4 ਅਧਿਕਾਰੀ ਕੁਈਨਜ਼ਲੈਂਡ ਵਿੱਚ ਇੱਕ ਰਿਮੋਟ ਪ੍ਰਾਪਰਟੀ ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 2 ਹਮਲਾਵਰਾਂ ਨੇ ਬਾਇਬਲਾ ਵਿੱਚ ਪਿੰਡੂ ਖੇਤਰ 'ਚ ਪੁਲਿਸ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ। ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਜਵਾਬੀ ਕਾਰਵਾਈ ਕੀਤੀ ਪਰ 2 ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਮੌਜੂਦ ਇੱਕ ਹੋਰ ਵਿਅਕਤੀ ਦੇ ਵੀ ਗੋਲੀ ਲੱਗਣ ਨਾਲ ਉਸ ਦੀ ਮੌਤ ਹੋਈ। ਕੁਈਨਜ਼ਲੈਂਡ ਦੇ ਪੁਲਿਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਇੱਕ ਨਿਊਜ਼ ਕਾਨਫਰੰਸ ਦੱਸਿਆ ਕਿ ਸ਼ੁਰੂਆਤੀ ਗੋਲੀਬਾਰੀ ਵਿੱਚ ਇੱਕ ਹੋਰ ਅਧਿਕਾਰੀ ਨੂੰ ਗੋਲੀ ਲੱਗ ਗਈ ਸੀ ਜਦਕਿ ਇੱਕ ਹੋਰ ਅਧਿਕਾਰੀ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਵਿੱਚ ਕਾਮਯਾਬ ਰਿਹਾ। ਆਸਟ੍ਰੇਲੀਆ ਵਿੱਚ ਇੱਕ ਵਾਹਨ ਮੁਰੰਮਤ ਕਾਰੋਬਾਰੀ ਆਪਰੇਟਰ ਨੂੰ ਇੱਕ ਭਾਰਤੀ ਕਰਮਚਾਰੀ ਨੂੰ ਬਕਾਇਆ ਭੁਗਤਾਨ ਨਾ ਅਦਾ ਕਰਨ ਦੇ ਲਈ 30,000 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਅਦਾਲਤ ਨੇ ਇਹ ਜਾਣਕਾਰੀ ਦਿੱਤੀ। ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਨੇ ਭੰਗ ਪੀਟੀਵਾਈ ਲਿਮਟਿਡ ਖਿਲਾਫ ਜੁਰਮਾਨਾ ਲਗਾਇਆ ਜੋ ਕਿ ਬਿਸਬ੍ਰੇਨ ਸ਼ਹਿਰ ਦੇ ਇੱਕ ਉਪਨਗਰ ਆਰਚੀ ਫੀਲਡ ਵਿੱਚ ਸਥਿਤ ਰੇਹਾਨ ਆਟੋਮੋਟਿਵ ਕੇਅਰ ਦੇ ਰੂਪ ਵਿੱਚ ਵਪਾਰ ਚਲਾਉਂਦਾ ਹੈ। ਫੰਗੂ ਪੈਟੀਵਾਈ ਲਿਮਟਿਡ ਨੂੰ ਆਸਟ੍ਰੇਲੀਆਈ ਰੈਗੂਲੇਟਰੀ ਅਥਾਰਟੀ ਫੇਅਰ ਵਰਕ ਆਮਬਡਸਮੈਨ ਦੁਆਰਾ ਨੋਟਿਸ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਜਵਾਬ ਵਿੱਚ ਪਿਛਲੇ ਹਫ਼ਤੇ ਜੁਰਮਾਨਾ ਲਗਾਇਆ ਗਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਯੂਕਰੇਨ ਵਿੱਚ ਸ਼ਾਂਤੀ ਦੀ ਬਹਾਲੀ ਵਿੱਚ ਤੇਜ਼ੀ ਲਿਆਉਣ ਦੇ ਲਈ 3 ਕਦਮਾਂ ਦਾ ਪ੍ਰਸਤਾਵ ਦਿੱਤਾ। ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਦੇ ਦਫ਼ਤਰ ਦੀ ਪ੍ਰੈਸ ਸੇਵਾ ਦੁਆਰਾ ਦਿੱਤੀ ਗਈ। ਜ਼ੈਲੈਂਸਕੀ ਨੇ ਸੋਮਵਾਰ ਨੂੰ 7 ਸਮੂਹ ਦੇ ਆਨਲਾਈਨ ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਹਿਲਾ ਪੜਾਅ ਜਿਸ ਨੂੰ ਨਿਊ ਪਾਵਰ ਕਿਹਾ ਜਾਂਦਾ ਹੈ ਟੈਂਕਾਂ, ਰਾਕੇਟ, ਤੋਪਖਾਨੇ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸਮੇਤ ਯੂਕਰੇਨ ਦੇ ਲਈ ਰੱਖਿਆ ਸਮਰਥਨ ਵਧਾਉਣ ਦੀ ਕਲਪਨਾ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਰੂਸੀ ਪੱਖ ਨੂੰ ਅੱਗੇ ਵਧਣ ਦੀ ਆਗਿਆ ਨਹੀਂ ਦੇਵੇਗਾ। ਜ਼ੈਲੈਂਸਕੀ ਨੇ ਕਿਹਾ ਕਿ ਨਵਾਂ ਲਚਕੀਲਾਪਨ ਨਾਮ ਦਾ ਦੂਜਾ ਪੜਾਅ ਅਗਲੇ ਸਾਲ ਯੂਕਰੇਨ ਨੂੰ ਨਵੀਂ ਸਹਾਇਤਾ ਪ੍ਰਦਾਨ ਕਰਕੇ ਯੂਕਰੇਨ ਦੀ ਵਿੱਤੀ ਊਰਜਾ ਅਤੇ ਸਮਾਜਿਕ ਸਥਿਰਤਾ ਨੂੰ ਬਣਾਈ ਰੱਖਣ ਦੀ ਸ਼ਰਤ ਰੱਖਦਾ ਹੈ। ਤੀਜੇ ਅਤੇ ਅੰਤਿਮ ਪੜਾਅ ਵਿੱਚ ਜਿਸ ਨੂੰ ਨਵੀਂ ਕੂਟਨੀਤੀ ਕਿਹਾ ਜਾਂਦਾ ਹੈ ਦੇ ਤਹਿਤ ਯੂਕਰੇਨ ਆਪਣੇ ਨਾਗਰਿਕਾਂ ਤੇ ਖੇਤਰਾਂ ਦੀ ਮੁਕਤੀ ਨੂੰ ਨੇੜੇ ਲਿਆਉਣ ਦੇ ਲਈ ਕੂਟਨੀਤੀ ਦੀ ਵਰਤੋਂ ਕਰੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।